ਸੋ ਇਹ ਜਿਹੜੇ ਅਸਾਈਲਮ ਸੀਕਰਸ ਆ ਫਿਰ ਜਦੋਂ ਟਾਈਟਲ 42 ਲੱਗਾ ਵੀ ਰਿਹਾ ਜਾਂ ਹੁਣ ਚਲੋ ਜਦੋਂ ਉਹਨਾਂ ਨੇ ਹਟਾ ਦਿੱਤਾ, ਸੋ ਅਸਾਈਲਮ ਸੀਕਰਸ ਨੂੰ ਕਿੱਦਾਂ ਅਫੈਕਟ ਕੀਤਾ ਫਿਰ ਇਹ ਟਾਈਟਲ 42 ਨੇ? ਵੀ ਉਹ ਅਫੈਕਟ ਹੁੰਦੇ ਵੀ ਆ ਜਾਂ ਨਹੀਂ ਹੁੰਦੇ, ਜੇ ਹੋਏ ਤਾਂ ਕਿੱਦਾਂ ਹੋਏ? ਸੋ ਜ਼ਿਆਦਾਤਰ ਇਹਨਾਂ ਨੇ ਸਦਰਨ ਬਾਰਡਰ ਜਿਹੜਾ ਸੀ ਉਹ ਸੀਲ ਕੀਤਾ, ਕਿਉਂਕਿ ਜ਼ਿਆਦਾਤਰ ਮਾਈਗ੍ਰੈਂਟਸ ਉੱਥੋਂ ਆਉਂਦੇ ਸੀਗੇ। ਉੱਥੋਂ ਆਉਂਦੇ ਤੇ ਸੀ। ਜਿਹੜਾ ਵੀ ਬੰਦਾ ਵੀਜ਼ਾ ਵੂਜ਼ਾ ਲੈ ਕੇ ਆ ਰਿਹਾ ਉਹਨਾਂ ਨੂੰ ਨਹੀਂ ਇਹਨਾਂ ਨੇ ਰੋਕਿਆ। ਉਹ ਜਿਹੜਾ ਸਾਰੇ ਹੁਣ ਜਿਹਨਾਂ ਨੇ ਵੀ ਟਰੈਵਲ ਕੀਤਾ ਵਾ ਤੇ ਇੰਟਰਨੈਸ਼ਨਲ 에ਅਰਪੋਰਟ ਵਗੈਰਾ ਬਾਕੀ ਸਾਰੀ ਇਕਨੋਮੀ ਚੱਲਦੀ ਸੀਗੀ। ਹੁਣ ਏਦਾਂ ਕਿ ਇੱਕ ਬੰਦਾ ਹੁਣ ਮਾਈਗ੍ਰੈਂਟ ਹੈ ਜਿਹੜਾ ਤੁਰ ਕੇ ਆ ਰਿਹਾ ਜੰਗਲਾਂ ਜੁੰਗਲਾਂ ਚੋਂ ਉਹ ਆ ਰਿਹਾ, ਹੁਣ ਮੈਨੂੰ ਦੱਸੋ ਕਿ ਉਹਦੀ ਇਮਿਊਨਿਟੀ ਜ਼ਿਆਦਾ ਹੋਣੀ ਹੈ ਕਿ ਇੱਕ ਬੰਦਾ ਸਿੱਧੇ ਫਲਾਈਟ ਲੈ ਕੇ ਦਿੱਲੀ ਤੋਂ ਸਹੀ ਗੱਲ ਆ ਰਿਹਾ। ਹੁਣ ਜਿਹੜਾ ਸੈਰ ਸਪਾਟਾ ਕਰਕੇ ਆ ਰਿਹਾ ਉਹਨੂੰ ਜ਼ਿਆਦਾ ਐਕਸਪੋਜ਼ਰ ਆ ਕਿ ਹੁਣ ਜਿਹੜਾ ਸਿੱਧੇ ਹੱਬ ਚੋਂ ਆ ਰਿਹਾ ਤੇ ਉਹਨੂੰ ਕੋਈ ਰੋਕ ਟੋਕ ਨਹੀਂ। ਉਹਨੂੰ ਨਹੀਂ ਇਹਨਾਂ ਨੇ ਕਿਹਾ ਕਿ ਬਈ ਤੁਹਾਡਾ ਆਹ ਤੁਸੀਂ ਵੀ ਬੈਨ। ਉਹਨਾਂ ਨੂੰ ਇਹਨਾਂ ਨੇ ਉਹੀ ਖਾਨਾ ਪੂਰਤੀ ਕਿ ਤੁਹਾਡਾ ਕੋਵਿਡ ਟੈਸਟ ਹੋਣਾ ਚਾਹੀਦਾ ਤੇ ਵੈਕਸੀਨ ਦਾ ਪ੍ਰੂਫ ਹੋਣਾ ਚਾਹੀਦਾ ਵਾ। ਤੇ ਉਹਦੇ ਵਿੱਚ ਵੀ ਜੇ ਤੁਸੀਂ ਅੱਗੇ ਇੰਡੀਆ ਵਾਲਿਆਂ ਤੋਂ ਦੇਖੋ ਤਾਂ ਜਦੋਂ ਉਹਨਾਂ ਨੇ ਜਿਹਦੇ ਵੀ ਘਰ ਦੇ ਹੁਣ ਸਾਡੇ ਵੀ ਜਿੱਦਾਂ ਆਏ ਆ, ਬਾਕੀ ਜਿਹੜਾ ਵੀ ਆਉਂਦਾ ਸੀ ਉਹ ਕਹਿੰਦਾ ਸੀ ਕਿ ਜਿਹੜਾ ਇੰਡੀਆ ਵਾਲੇ ਤਾਂ ਸੀਗੇ ਕਿ ਰਿਪੋਰਟ ਕੋਵਿਡ ਦੇ ਭੇਜੀ ਹੋਈ ਇੱਕ ਦਿਨ ਨੈਗੇਟਿਵ ਕਹਿ ਦਿੰਦੇ ਸੀਗੇ, ਫਿਰ ਦੁਬਾਰਾ ਤੁਸੀਂ ਕਰਾਣੇ ਸੀ ਅਗਲੇ ਦਿਨ ਪੋਜ਼ਿਟਿਵ ਕਹਿ ਦਿੰਦੇ ਸੀ। ਉਹ ਕਿਹੜਾ ਕੋਈ ਤੇ ਬਾਕੀ ਜਿਹੜੇ ਰਹੇ ਵੈਕਸੀਨ ਕਾਰਡ ਕੂਡ ਉਹਨਾਂ ਦੀ ਅਸਲੀਅਤ ਤਾਂ ਸਾਨੂੰ ਪਤਾ ਹੀ ਹੈ। ਜਿਹਨੇ ਨਹੀਂ ਲਵਾਉਣਾ ਟੀਕੇ ਟੂਕੇ ਨਹੀਂ ਲਵਾਉਣੇ ਹਨ ਤੇ ਜਿਹਨੇ ਫੇਕ ਕਾਰਡ ਕੈਰੀ ਕਰਨਾ ਉਹਨੇ ਕਰ ਹੀ ਲੈਣਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਤੇ ਕਿ ਅਸਾਈਲਮ ਵਾਲਿਆਂ ਨੂੰ ਜ਼ਿਆਦਾ ਇਫੈਕਟ ਕੀਤਾ ਕਿਉਂਕਿ ਉਹਨਾਂ ਨੇ ਬਾਰਡਰ ਟੱਪਣਾ ਸੀਗਾ ਤੇ ਜਿਹੜੀ ਟਰੰਪ ਉਹਨਾਂ ਦੀ ਦੁਸ਼ਮਣੀ ਸੀਗੀ ਉਹ ਉਧਰ ਸਦਰਨ ਬਾਰਡਰ ਤੇ ਸੀਗੀ ਕਿ ਜ਼ਿਆਦਾ ਹਿਸਪੈਨਿਕ ਲੋਕੀ ਨਾ ਜਾਣ, ਕਿਉਂਕਿ ਜਿੰਨੇ ਜ਼ਿਆਦਾ ਇਹ ਆਉਗੇ ਉਨੀਆਂ ਵੋਟਾਂ ਡੈਮੋਕ੍ਰੇਟਸ ਨੂੰ ਜਿਹੜੀਆਂ ਜ਼ਿਆਦਾ ਜਾਂਦੀਆਂ। ਤੇ ਇਹਨਾਂ ਦਾ ਜਿਹੜਾ ਡੈਮੋਕ੍ਰੇਟਸ ਹੈਗਾ ਉਹ ਕਹਿੰਦੇ ਕਿ ਹਿਸਪੈਨਿਕ ਲੋਕੀ ਜ਼ਿਆਦਾ ਹੋਣੇ ਚਾਹੀਦੇ ਆ। ਤੇ ਇਹ ਜਿਹੜੀ ਇਹਨਾਂ ਦੀ ਮੇਨ ਜਿਹੜੀ ਉਹ ਫਾਈਟ ਸੀਗੀ। ਤੇ ਜਿਹੜੇ ਅਸਾਈਲਮ ਦੇ ਜਿਹੜੇ ਬਾਰਡਰ ਟੱਪ ਕੇ ਆ ਰਹੇ ਸੀ ਉਹਨਾਂ ਨੂੰ ਤਾਂ ਕਰਕੇ ਇਹ ਜ਼ਿਆਦਾ ਜਿਹੜਾ ਇਫੈਕਟ ਕੀਤਾ ਤੇ ਵੀਜ਼ੇ ਵੂਜ਼ੇ ਵਾਲਿਆਂ ਨੂੰ ਤੇ ਕੋਈ ਪ੍ਰੋਬਲਮ ਨਹੀਂ ਰਹੀ ਇਹਦੇ ਵਿੱਚ। ਸੋ ਉਹਨਾਂ ਨੂੰ ਹੀ ਜਿਹੜੇ ਮਾਈਗ੍ਰੈਂਟਸ ਆ ਉਹ ਵਾਲਿਆਂ ਨੂੰ ਹੀ ਜਿਹੜੇ ਕਿਉਂਕਿ ਫਿਰ ਕੀਤਾ ਵੀ ਗੱਲਾਂ ਸਦਰਨ ਬਾਰਡਰ ਤੇ ਇਹ ਵੀ ਨਹੀਂ ਵੀ ਉਹਨਾਂ ਨੇ ਕਿਹਾ ਵੀ ਕੈਨੇਡਾ ਵਾਲੇ ਬਾਰਡਰ ਤੇ ਵੀ ਆਪਾਂ ਕਰ ਲਈਏ। ਸੋ ਮੋਸਟਲੀ ਜਿਹੜਾ ਇਸੇ ਦੇ ਉੱਤੇ ਹੀ ਜਿਹੜਾ ਇਹਨਾਂ ਨੇ ਜੋਰ ਲਾਇਆ। ਸੋ ਹੁਣ ਜਦੋਂ ਆਪਾਂ ਕ੍ਰਾਈਸਿਸ ਸੁਣਦੇ ਹਾਂ ਖਬਰਾਂ ਦੇ ਵਿੱਚ ਵੀ ਬਾਰਡਰ ਦੇ ਉੱਤੇ ਬਹੁਤ ਤਗੜਾ ਜਿਹੜਾ ਕ੍ਰਾਈਸਿਸ ਆ ਉਹ ਚੱਲ ਰਿਹਾ ਆ, ਅਸਲੀਅਤ ਹੈ ਕੀ ਹੈ? ਕੀ ਕ੍ਰਾਈਸਿਸ ਹੈਗਾ ਆ? ਕੀ ਸਥਿਤੀ ਕਿੱਦਾਂ ਆ ਫਿਰ ਉੱਥੇ? ਉਹ ਹੁਣ ਕਹਿੰਦੇ ਹੈਗੇ ਕਿ ਆਪਾਂ ਨੂੰ 14-15 ਹਜ਼ਾਰ ਲੋਕੀ ਐਵਰੀ ਡੇ ਟੱਪਿਆ ਕਰਨੇ ਆ ਤੇ ਰਹਿ ਗਏ ਸਿਰਫ 4200 ਤੇ 6300 ਦੇ ਵਿੱਚ ਹਨਾ। ਤੈਨੂੰ ਪਤਾ ਨਹੀਂ ਕਿ ਆਉਣ ਵਾਲੇ ਦਿਨਾਂ ਚ ਕੀ ਹੋਣਾ ਵਾ, ਪਰ ਜਿਹੜੀ ਜਿੱਦਾਂ ਇਹਨਾਂ ਨੇ ਰੌਲਾ ਪਾਇਆ ਸੀਗਾ ਕਿ ਕੰਟਰੀ ਡਿਸਟਰੋਏ ਹੋ ਜਾਣਾ ਸਾਰਾ ਤੇ ਪਤਾ ਨਹੀਂ ਕਿੰਨੇ ਇਮੀਗ੍ਰੈਂਟਸ ਜਿਹੜੇ ਆ ਜਾਣੇ ਆ। ਏਦਾਂ ਦੀ ਕੋਈ ਚੀਜ਼ ਨਹੀਂ ਹੈਗੀ, ਇੰਨੇ ਕੋਈ ਇਮੀਗ੍ਰੈਂਟ ਨਹੀਂ ਹੈਗੇ, ਨਾਰਮਲ ਹੈਗਾ ਸਾਰਾ ਕੁਝ ਤੇ ਘੱਟ ਹੈਗੇ। ਸਗੋਂ ਉਹਨਾਂ ਦਾ ਅੰਕੜਾ ਹੈਗੇ ਘੱਟ ਆ। ਤੇ ਜਦੋਂ ਇਹ ਹੁਣ ਹੋਊਗਾ ਕਿ ਇਹ ਕਿ ਜੇ ਬੰਦਾ ਹੁਣ 70-80 ਲੱਖ ਰੁਪਇਆ ਲਾ ਕੇ ਇੰਡੀਆ ਤੋਂ ਆ ਰਿਹਾ ਵਾ, ਅਗਲਾ ਵੀ ਪਹਿਲਾਂ ਇਹ ਖਬਰ ਦੇਖਦਾ ਕਿ ਜਿਹੜਾ ਇਹਨਾਂ ਨੇ ਸੈਨ ਫਰਾਂਸਿਸਕੋ ਨੇ ਹੁਣ ਕਰਨਾ ਕੀ ਹੈ ਕਿ ਥਰਡ ਕੰਟਰੀ 'ਚ ਅਸਾਈਲਮ ਵਾਲਾ ਪਾਓਗੇ ਕਿ ਨਹੀਂ ਪਾਓਗੇ। ਸੋ ਮੇਨ ਜਿਹੜਾ ਖਤਰਾ ਇੱਥੇ ਲੋਕੀ ਇਮੀਗ੍ਰੈਂਟਸ ਨੂੰ ਹੈਗਾ ਉਹਨਾਂ ਨੂੰ ਇਹ ਹੈ ਕਿ ਜਿਹੜਾ ਥਰਡ ਕੰਟਰੀ ਰੂਲ ਆ ਉਹਨਾਂ ਦੇ ਫੇਵਰੇਬਲ ਨਹੀਂ ਹੈਗਾ ਉਹਨਾਂ ਦੇ ਲਈ। ਤੇ ਬਾਰਡਰ ਕ੍ਰਾਈਸਿਸ ਜਿਹੜਾ ਹੁਣ ਕਿ 20,000 ਤੋਂ ਜ਼ਿਆਦਾ ਜਿਹੜੇ ਹੈਗੇ ਆ ਕਸਟਡੀ ਦੇ ਵਿੱਚ ਲੋਕੀ ਇਸ ਵੇਲੇ ਹੈਗੇ ਆ ਤੇ ਆਲਰੇਡੀ ਜਿਹੜਾ ਹੈਗਾ ਬਾਰਡਰ ਪੈਟਰੋਲਰਾਂ ਨੇ ਰੌਲਾ ਪਾਇਆ ਕਿ ਬਹੁਤ ਜ਼ਿਆਦਾ ਲੋਕੀ ਆਪਣੇ ਨੂੰ ਕੰਟੇਨ ਕਰਕੇ ਰੱਖ ਨਹੀਂ ਸਕਦੇ, ਓਵਰ ਦਾ ਕੈਪੈਸਿਟੀ ਹੋ ਗਏ। ਹੁਣ ਜੱਜ ਜੁੱਜ ਜਾਂ ਅਸਾਈਲਮ ਆਫਿਸਰ ਤਾਂ ਹੈ ਨਹੀਂ ਇੰਨੇ ਜ਼ਿਆਦਾ ਕਿ ਇੰਨੀ ਛੇਤੀ ਇੰਟਰਵਿਊ ਦੇ ਸਕਦੇ ਆ। ਤੇ ਤਾਂ ਕਰਕੇ ਨਾ ਉਹ ਕੀ ਕਹਿੰਦੇ ਆ ਕਿ ਦੇਖ ਲਓ ਪਿਛਲੇ ਉਹ ਕਹਿੰਦੇ ਸਾਨੂੰ ਬਿਨਾਂ ਡੇਟ ਇਹਨਾਂ ਦੀ ਸੈੱਟ ਕੀਤੇ ਹੋਏ ਸਾਨੂੰ ਇਹਨਾਂ ਨੂੰ ਛੱਡਣਾ ਪੈਣਾ, ਕਿਉਂਕਿ ਆਪਾਂ ਸਾਡੇ ਉੱਥੇ ਜਿਹੜਾ ਜੇਲ੍ਹਾਂ 'ਚ ਇੰਨਾ ਵਧੀਆ ਇਹਨਾਂ ਨੇ ਇਨਫਰਾਸਟਰਕਚਰ ਬਣਾਇਆ ਨਹੀਂ, ਐਕਸਪੈਂਡ ਨਹੀਂ ਕੀਤਾ ਤੇ ਤਾਂ ਕਰਕੇ ਆਪਾਂ ਜਿਹੜੇ ਲੋਕੀ ਆ ਇਹਨਾਂ ਨੂੰ ਕੰਟੇਨ ਨਹੀਂ ਕਰ ਸਕਦੇ ਤਾਂ ਸਾਨੂੰ ਰਿਲੀਜ਼ ਕਰਨਾ ਪੈਣਾ।